ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਮੂਹ ਦਰਸ਼ਕਾਂ ਦਾ ਹਰਪ੍ਰੀਤ ਸਿੰਘ ਦਰਦੀ ਵੱਲੋਂ ਪ੍ਰੋਗਰਾਮ ਦਾ ਕੈਨੇਡਾ ਐਕਸਪ੍ਰੈਸ ਦੇ ਵਿੱਚ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹੋਏ ਹਾਂ ਨਵੀਆਂ ਤਾਜ਼ੀਆਂ ਅਪਡੇਟਸ ਕੈਨੇਡੀਅਨ ਇਮੀਗ੍ਰੇਸ਼ਨ ਰੂਲ ਸੰਬੰਧੀ। ਕੀ ਖਬਰਾਂ ਨੇ, ਕੀ ਖੁਸ਼ਖਬਰੀਆਂ ਨੇ, ਤੇ ਇੱਥੇ ਸਾਡੇ ਨਾਲ ਅੱਜ ਫਿਰ ਹਾਜ਼ਰ ਹਨ ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਤੋਂ ਸਰਦਾਰ ਸੰਦੀਪ ਸਿੰਘ ਜੀ। ਆਪ ਸਭ ਦਾ ਨਿੱਘਾ ਸਵਾਗਤ। ਸਰਦਾਰ ਸੰਦੀਪ ਸਿੰਘ ਜੀ, ਨਿੱਘਾ ਸਵਾਗਤ। ਤੇ ਅੱਜ ਦੀਆਂ ਜਿਹੜੀਆਂ ਖਬਰਾਂ ਨੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੀਆਂ ਜਿਹੜੀਆਂ ਮੇਨ ਖਬਰਾਂ ਨੇ, ਸਭ ਤੋਂ ਪਹਿਲੀ ਖਬਰ ਸਾਡੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕੋ ਮੈਡੀਨੋ ਨੇ ਅੱਜ ਇੱਕ ਟੀਵੀ ਇੰਟਰਵਿਊ ਦਿੱਤੀ, ਜਿਸ ਦੇ ਵਿੱਚ 4 ਮੇਜਰ ਚੀਜ਼ਾਂ ਦੇ ਉੱਤੇ ਗੱਲ ਕੀਤੀ ਗਈ। ਪਹਿਲੀ ਗੱਲ ਕਿ COVID-19 ਸੰਬੰਧੀ ਕੀ ਅਪਡੇਟਸ ਨੇ, COVID-19 ਦਾ ਕੀ ਇੰਪੈਕਟ ਪਿਆ। ਇਹ ਜਿਹੜੀ ਇੰਟਰਵਿਊ ਹੈ ਤਕਰੀਬਨ 20 ਮਿੰਟ ਚੱਲੀ, ਜਿਸ ਦੇ ਵਿੱਚ ਮਿਨਿਸਟਰ ਨੇ ਇਹ ਗੱਲ ਮੰਨੀ ਕਿ COVID-19 ਦਾ ਇਮੀਗ੍ਰੇਸ਼ਨ ਦੇ ਉੱਤੇ 100% ਇੰਪੈਕਟ ਪਿਆ ਆ। ਦੂਸਰੀ ਜਿਹੜੀ ਟੌਪਿਕਸ ਦੇ ਉੱਤੇ ਗੱਲ ਕੀਤੀ ਗਈ, ਉਸ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਟੌਪਿਕ ਸੀ ਉਹ ਸੀ ਇਮੀਗ੍ਰੇਸ਼ਨ ਲੈਵਲ ਪਲਾਨਸ 2021 ਤੋਂ ਲੈ ਕੇ 2023। ਅਗਰ ਸਾਡੇ ਸਰੋਤਿਆਂ ਨੂੰ ਯਾਦ ਹੋਵੇ ਤਾਂ ਇਸ ਪਲਾਨ ਦੇ ਵਿੱਚ ਕੈਨੇਡਾ ਦੀ ਸਰਕਾਰ ਨੇ ਅਨਾਉਂਸ ਕੀਤਾ ਹੋਇਆ ਹੈ ਕਿ ਉਹ 1.2 ਮਿਲੀਅਨ ਲੋਕਾਂ ਨੂੰ ਅਗਲੇ 3 ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਵੈਲਕਮ ਕਰਨਗੇ, ਨਵੇਂ ਇਮੀਗ੍ਰੈਂਟਸ ਬਣਾਉਣਗੇ। ਸੋ ਕਹਿਣ ਦਾ ਭਾਵ ਕਿ ਹਰੇਕ ਸਾਲ ਅਗਲੇ 3 ਸਾਲਾਂ ਵਾਸਤੇ 4 ਲੱਖ ਬੰਦੇ ਨੂੰ ਕੈਨੇਡਾ ਪਰਮਨੈਂਟ ਰੈਜ਼ੀਡੈਂਸੀ ਦੇਵੇਗਾ। ਸੋ ਹੋਸਟ ਨੇ ਕੁਐਸਚਨ ਕੀਤਾ ਕਿ ਜਿਹੜਾ COVID-19 ਦੇ ਚੱਲਦੇ ਹੋਏ ਕੀ ਇਹ 4 ਲੱਖ ਨੰਬਰਸ ਨੂੰ ਅਚੀਵ ਕੀਤਾ ਜਾਵੇਗਾ। ਸੋ ਮਿਨਿਸਟਰ ਨੇ ਇਸ ਚੀਜ਼ ਦਾ ਬਹੁਤ ਕਲੀਅਰ ਸ਼ਬਦਾਂ ਜਵਾਬ ਦਿੱਤਾ ਕਿ ਬਾਹਰਲੇ ਲੋਕਾਂ ਨੂੰ ਕੈਨੇਡਾ ਸੱਦਣਾ ਸ਼ਾਇਦ ਉਹਨਾਂ ਨੰਬਰਸ ਦੇ ਵਿੱਚ ਪੂਰਾ ਹੋ ਸਕੇ ਜਾਂ ਨਾ ਹੋ ਸਕੇ, ਇਹ ਟਾਈਮ ਦੱਸੇਗਾ। ਪਰ ਵਿਦਿਨ ਕੈਨੇਡਾ ਦੇ ਵਿੱਚ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਨੇ ਤੇ ਇੰਟਰਨੈਸ਼ਨਲ ਸਟੂਡੈਂਟਸ ਨੇ, ਉਹਨਾਂ ਵਾਸਤੇ ਇੱਕ ਸੁਨਹਿਰੀ ਮੌਕਾ ਆ। ਇਹ COVID-19 ਦੇ ਕਰਕੇ ਉਹਨਾਂ ਨੂੰ ਇੱਕ ਓਪਰਚੁਨਿਟੀ ਮਿਲੀ ਹੈਗੀ ਹੈ ਕਿ ਜਿਹੜੇ ਨੰਬਰਸ ਕੈਨੇਡਾ ਅਚੀਵ ਕਰਨਾ ਚਾਹੁੰਦੀ ਹੈ ਇਹਨਾਂ ਪਲਾਨਸ ਦੇ ਆਧਾਰ ਤੇ, ਉਹਨਾਂ ਦੇ ਵਿੱਚ ਟੈਂਪਰੇਰੀ ਫੋਰਨ ਵਰਕਰਸ ਤੇ ਇੰਟਰਨੈਸ਼ਨਲ ਸਟੂਡੈਂਟਸ ਕਰਕੇ ਉਹ ਨੰਬਰਸ ਅਚੀਵ ਕੀਤੇ ਜਾ ਸਕਣਗੇ। ਜਿਹੜਾ ਦੂਸਰਾ ਮੁੱਦਾ ਉਹਨਾਂ ਦੇ ਕਨਵਰਸੇਸ਼ਨ 'ਚ ਰਿਹਾ ਉਹ ਸੀਗਾ ਕੈਨੇਡੀਅਨ ਸਿਟੀਜ਼ਨਸ਼ਿਪ ਨੂੰ ਲੈ ਕੇ। ਕੈਨੇਡੀਅਨ ਸਿਟੀਜ਼ਨਸ਼ਿਪ ਦੇ ਵਿੱਚ ਲੰਬੇ ਸਮੇਂ ਤੋਂ ਇੱਕ ਵਿਵਾਦ ਚੱਲ ਰਿਹਾ ਸੀ ਡਿਊ ਟੂ ਪੈਂਡੇਮਿਕ। ਜਿਹੜੀਆਂ ਕੈਨੇਡੀਅਨ ਸਿਟੀਜ਼ਨਸ਼ਿਪ ਦੀਆਂ ਓਥ ਸੀ ਉਹ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪੈ ਰਹੀਆਂ ਸੀਗੀਆਂ। ਇਸ ਡਿਬੇਟ ਤੋਂ ਬਾਅਦ ਚੋਂ ਇਸ ਇੰਟਰਵਿਊ ਤੋਂ ਬਾਅਦ ਚੋਂ ਜਿਹੜਾ ਸੋਸ਼ਲ ਮੀਡੀਆ ਹੈ ਉਸ ਦੇ ਵਿੱਚ ਇੱਕ ਵੱਡੀ ਡਿਬੇਟ ਚੱਲੀ ਕਿ ਜਿਹੜਾ ਹੋਸਟ ਆ ਉਹਨੇ ਸ਼ਾਇਦ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਇੰਪੈਕਟ ਦੇ ਉੱਤੇ ਖਾਸ ਚੰਗੀ ਤਰ੍ਹਾਂ ਇਮੀਗ੍ਰੇਸ਼ਨ ਮਿਨਿਸਟਰ ਨੂੰ ਸਵਾਲ ਨਹੀਂ ਕੀਤੇ, ਕਿਉਂਕਿ ਲੰਬੇ ਸਮੇਂ ਤੋਂ ਆਟਵਾ ਦੇ ਵਿੱਚ ਤੇ ਅਲੱਗ-ਅਲੱਗ ਪ੍ਰੋਵਿੰਸਿਸ 'ਚ ਸਿਟੀਜ਼ਨਸ਼ਿਪ ਨੂੰ ਲੈ ਕੇ ਕਾਫੀ ਲੰਬੇ ਪ੍ਰੋਟੈਸਟ ਹੋਏ ਨੇ, ਜਿਨ੍ਹਾਂ ਦਾ ਮੇਜਰ ਕਾਰਨ ਇਹ ਸੀ ਕਿ ਸਿਟੀਜ਼ਨਸ਼ਿਪ ਦੇ ਨੰਬਰ ਜਿਹੜੇ ਨੇ ਉਹ ਨੀਚੇ ਗਏ ਨੇ, ਸਿਟੀਜ਼ਨਸ਼ਿਪ ਓਥਸ ਘਟੀਆਂ ਨੇ। ਪਰ ਇੱਥੇ ਮਿਨਿਸਟਰ ਸਾਹਿਬ ਨੇ ਇਹ ਗੱਲ ਜ਼ਰੂਰ ਕਹੀ ਕਿ ਕੈਨੇਡਾ ਸ਼ਾਇਦ ਇੱਕ ਇਕਲੌਤਾ ਮੁਲਕ ਆ ਜਿਸ ਦੇ ਵਿੱਚ ਜਿਹੜੀ ਓਥ ਸੈਰੇਮਨੀ ਹੁੰਦੀ ਆ ਉਹਨੂੰ ਇਸ ਪੈਂਡੇਮਿਕ ਕਰਕੇ ਵਰਚੁਅਲ ਕਰ ਦਿੱਤਾ ਗਿਆ। ਸੋ ਤੁਸੀਂ ਸਿਰਫ ਵੀਡੀਓ ਕਾਨਫਰੰਸਿੰਗ ਰਾਹੀਂ ਓਥ ਲੈ ਸਕਦੇ ਹੋ। ਇੱਥੇ ਇੱਕ ਗੱਲ ਹੋਰ ਜਿਹੜੀ ਇੰਟਰਸਟਿੰਗ ਆ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਕਹੀ ਗਈ ਆ ਕਿ ਉਹਨਾਂ ਦੀ ਇਹ ਕੋਸ਼ਿਸ਼ ਆ, ਉਹ ਇਸ ਤਰੀਕੇ ਨਾਲ ਇਮੀਗ੍ਰੇਸ਼ਨ ਨੂੰ ਦੇਖ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਇਮੀਗ੍ਰੇਸ਼ਨ ਫਾਈਲਿੰਗਸ ਹੋਣਗੀਆਂ ਉਹ ਵਿਜ਼ੂਅਲ ਤੌਰ ਤੇ ਹੋਣਗੀਆਂ ਜਾਂ ਬਿਨਾਂ ਕੰਟੈਕਟ ਦੇ ਤੌਰ ਤੇ ਹੋਣਗੀਆਂ। ਸੋ ਕਹਿਣ ਦਾ ਭਾਵ ਕਿ ਸ਼ਾਇਦ ਸਾਰੀ ਇੰਡਸਟਰੀ ਆਨਲਾਈਨ ਕਰ ਦਿੱਤੀ ਜਾਊਗੀ। ਇੱਥੇ ਇੱਕ ਇੰਟਰਸਟਿੰਗ ਪੁਆਇੰਟ ਆ ਜਿਸ ਦੇ ਵਿੱਚ ਹੋਸਟ ਨੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਯਾਦ ਕਰਵਾਇਆ ਕਿ ਦਸੰਬਰ 2019 ਇੱਕ ਮੈਂਡੇਟ ਲੈਟਰ ਕੱਢਿਆ ਗਿਆ ਸੀ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਸਿਟੀਜ਼ਨਸ਼ਿਪ ਦੀ ਕੋਈ ਵੀ ਫੀਸ ਨਹੀਂ ਹੋਊਗੀ। ਸੋ ਜਿਹੜੀ ਸਿਟੀਜ਼ਨਸ਼ਿਪ ਫੀਸ ਆ ਉਹਨੂੰ ਵੇਵ ਆਫ ਕਰ ਦਿੱਤਾ ਜਾਊਗਾ, ਜਿਸ ਦੇ ਜਵਾਬ ਦੇ ਵਿੱਚ ਮਿਨਿਸਟਰ ਨੇ ਕਿਹਾ ਕਿ ਹਾਂ ਉਹਨਾਂ ਦਾ ਇਹ ਸੁਪਨਾ ਆ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਫੀਸ ਨੂੰ ਵੇਵ ਆਫ ਕੀਤਾ ਜਾਵੇ, ਪਰ ਇਸ ਪੈਂਡੇਮਿਕ ਦੇ ਦੌਰਾਨ ਉਹ ਨਹੀਂ ਕਰ ਸਕੇ ਤੇ ਉਹ ਹੋਪ ਕਰ ਰਹੇ ਨੇ ਕਿ ਇਹਨੂੰ ਅੱਗੇ ਤੋਂ ਕੀਤਾ ਜਾਊਗਾ। ਇਹਦੇ ਨਾਲ ਅੱਜ ਜਿਹੜਾ ਤੀਸਰਾ ਜਾਂ ਚੌਥਾ ਜਿਹੜਾ ਵੱਡਾ ਮੁੱਦਾ ਸੀ ਉਹ ਸੀਗਾ ਮਿਊਨਿਸਪਲ ਨੋਮੀਨੀ ਪ੍ਰੋਗਰਾਮ। ਸੋ ਕੈਨੇਡਾ ਦੀ ਸਰਕਾਰ ਫੈਡਰਲ ਲੈਵਲ ਤੋਂ ਲੈ ਕੇ ਮਿਊਨਿਸਪੈਲਿਟੀ ਤੱਕ ਇਮੀਗ੍ਰੇਸ਼ਨ ਨੂੰ ਪ੍ਰਮੋਟ ਕਰਦੀ ਪਈ ਹੈਗੀ ਆ। ਉਹਨਾਂ ਨੇ ਇਸ ਦੇ ਵਿੱਚ ਜਿਹੜੇ ਮਿਊਨਿਸਪਲ ਨੋਮੀਨੀ ਪ੍ਰੋਗਰਾਮ ਦੀ ਗੱਲ ਕੀਤੀ ਤਾਂ ਉਸ ਦੇ ਵਿੱਚ ਉਹਨਾਂ ਨੇ ਬਹੁਤ ਸੁਚੱਜੇ ਢੰਗ ਨਾਲ ਇਹ ਗੱਲ ਕਹੀ ਕਿ ਪ੍ਰੋਵਿੰਸ਼ੀਅਲ ਮਿਊਨਿਸਪਲਸ ਨਾਲ, ਪ੍ਰੋਵਿੰਸ਼ੀਅਲੀ ਅਤੇ ਮਿਊਨਿਸਪੈਲਿਟੀਜ਼ ਨਾਲ ਗੱਲ ਕਰਕੇ, ਹੋਰ ਇੱਥੇ ਤੱਕ ਕਿ ਬਿਜ਼ਨੈਸਿਸ ਅਤੇ ਬਾਕੀ ਸਟੇਕ ਹੋਲਡਰਸ ਨਾਲ ਗੱਲ ਕਰਕੇ
MNP ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਛੋਟੇ ਪ੍ਰੋਗਰਾਮਸ ਜਿਵੇਂ ਕਿ ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਅਤੇ ਰੂਰਲ ਐਂਡ ਨਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦਾ ਸਕਸੈਸ ਦੇਖ ਕੇ MNP ਜਿਹੜਾ ਆ ਉਹ ਨੈਕਸਟ ਸਟੈਪ ਹੋਵੇਗਾ ਕੈਨੇਡੀਅਨ ਇਮੀਗ੍ਰੇਸ਼ਨ ਵਾਸਤੇ। ਜਿਹੜੀ ਦੂਸਰੀ ਵੱਡੀ ਖਬਰ ਹੈਗੀ ਆ ਇਸ ਇੰਟਰਵਿਊ ਤੋਂ ਇਲਾਵਾ ਉਹ ਸਿੱਧਾ ਫੈਡਰਲ ਕੋਰਟ ਤੋਂ ਆ ਰਹੀ ਹੈ। ਸੋ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਹੈਗੀ ਆ ਕਿ ਮੇਰੇ ਤੋਂ ਗਲਤੀ ਦੇ ਨਾਲ ਫਾਰਮ ਦੇ ਵਿੱਚ ਇਹ ਭਰਿਆ ਗਿਆ, ਜਾਂ ਮੈਂ ਗਲਤੀ ਦੇ ਨਾਲ ਝੂਠਾ ਆਈਲੈਟਸ ਲਗਾਤਾ, ਜਾਂ ਮੈਂ ਗਲਤੀ ਦੇ ਨਾਲ ਗਲਤ ਇਨਫੋਰਮੇਸ਼ਨ ਸਰਕਾਰ ਨੂੰ ਦੇਤੀ। ਇਹ ਜਿਹੜੀ ਗਲਤੀ ਹੈ ਕਿੰਨੀ ਕੁ ਮਹਿੰਗੀ ਪੈ ਸਕਦੀ ਆ, ਉਹ ਆਟਵਾ ਦੇ ਇਸ ਡਿਸੀਜਨ ਤੋਂ ਸਾਨੂੰ ਦੇਖਣ ਨੂੰ ਮਿਲਦਾ ਆ। ਸੋ ਫੈਡਰਲ ਕੋਰਟ ਆਫ ਕੈਨੇਡਾ ਦਾ ਜਿਹੜਾ ਇਹ ਡਿਸੀਜਨ ਆਇਆ ਅੱਜ ਦਾ, ਉਹ ਸਾਡੇ ਸਾਰਿਆਂ ਵਾਸਤੇ ਅੱਖਾਂ ਖੋਲਣ ਦਾ ਕੰਮ ਕਰਦੀ ਆ। ਸੋ ਮਿਸ ਮੁਇਨਸ ਜੋ ਕਿ ਇੱਕ ਮੈਕਸੀਕਨ ਨੈਸ਼ਨਲਿਸਟ ਨੇ, ਮੈਕਸੀਕੋ ਨੂੰ ਬਿਲੋਂਗ ਕਰਦੇ ਨੇ, ਉਹਨਾਂ ਨੇ 2013 ਦੇ ਵਿੱਚ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਆਏ। ਉਸ ਤੋਂ ਬਾਅਦ ਚੋਂ ਲਗਾਤਾਰ ਅਲੱਗ-ਅਲੱਗ ਸਟੇਟਸਿਸ ਦੇ ਉੱਤੇ 2019 ਤੱਕ ਉਹਨਾਂ ਨੇ ਆਪਣਾ ਸਟੇਟਸ ਚੇਂਜ ਕਰਦੇ ਰਹੇ। 2019 ਦੇ ਵਿੱਚ ਉਹਨਾਂ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕੀਤਾ, ਜਿਹਦੇ ਕਰਕੇ ਉਹਨਾਂ ਨੂੰ ਜਿਸ ਤੋਂ ਬਾਅਦ ਚੋਂ ਉਹਨਾਂ ਨੂੰ ਇੱਕ ਰਿਫਿਊਜ਼ਲ ਦਿੱਤਾ ਗਿਆ। ਜਦੋਂ ਉਹਨਾਂ ਦਾ ਕੇਸ ਰਿਜੈਕਟ ਹੋ ਗਿਆ ਤਾਂ ਉਹਨਾਂ ਨੇ ETA, ਜਿਹਨੂੰ ਇਲੈਕਟ੍ਰੋਨਿਕ ਟਰੈਵਲ ਆਥੋਰਾਈਜ਼ੇਸ਼ਨ ਕਿਹਾ ਜਾਂਦਾ ਆ, ਉਹਨਾਂ ਨੇ ਉਹ ਅਪਲਾਈ ਕੀਤਾ ਤੇ ਉਸ 'ਚ ਇੱਕ ਸਵਾਲ ਸੀ ਕੀ ਤੁਹਾਨੂੰ ਕਦੀ ਰਿਫਿਊਜ਼ਲ ਮਿਲੀ ਆ, ਤੇ ਮਿਸ ਮੁਇਨਸ ਨੇ ਉਸ ਦੇ ਵਿੱਚ ਕਹਿਤਾ ਕਿ ਨਹੀਂ, ਮੇਰੇ ਕੋਲੇ ਅੱਜ ਤੱਕ ਕੋਈ ਵੀ ਰਿਫਿਊਜ਼ਲ ਨਹੀਂ ਹੈਗੀ। ਸੋ ਇਸ ਕੇਸ ਦੇ ਵਿੱਚ ਬਾਅਦ ਚੋਂ ਮਿਸ ਮੁਇਨਸ ਨੇ ਜਦੋਂ ਸਰਕਾਰ ਨੇ ਉਹਨਾਂ ਨੂੰ 5 ਸਾਲ ਦਾ ਬੈਨ ਲਾਤਾ ਤੇ ਮਿਸ ਮੁਇਨਸ ਸਿੱਧਾ ਫੈਡਰਲ ਕੋਰਟ ਗਏ। ਫੈਡਰਲ ਕੋਰਟ 'ਚ ਜਦੋਂ ਗਏ ਤਾਂ ਫੈਡਰਲ ਕੋਰਟ ਨੇ ਇਸ ਚੀਜ਼ ਨੂੰ ਪੁੱਛਿਆ ਕਿ ਕੀ ਕਾਰਨ ਆ ਕਿ ਤੁਸੀਂ ਇਹ ਝੂਠ ਬੋਲਿਆ ਕਿ ਤੁਹਾਨੂੰ ਅੱਜ ਤੱਕ ਰਿਫਿਊਜ਼ਲ ਨਹੀਂ ਮਿਲੀ। ਤਾਂ ਉਹਨਾਂ ਨੇ ਉਹਦਾ ਅੱਗਿਓਂ ਜਵਾਬ ਦਿੱਤਾ ਕਿ ਇਟ ਵਾਜ਼ ਅ ਇਨੋਸੈਂਟ ਮਿਸਟੇਕ, ਕਿ ਮੇਰੇ ਕੋਲੋਂ ਗਲਤੀ ਦੇ ਨਾਲ ਗਲਤੀ ਹੋ ਗਈ ਹੈ, ਮੈਂ ਜਾਣਬੁੱਝ ਕੇ ਇਹ ਗਲਤੀ ਨਹੀਂ ਕੀਤੀ। ਪਰ ਸਰਕਾਰ ਨੇ ਜਾਂ ਕੋਰਟ ਨੇ ਇਸ ਡਿਸੀਜਨ ਨੂੰ ਮੰਨਣ ਤੋਂ, ਇਸ ਫੈਕਟ ਨੂੰ ਮੰਨਣ ਤੋਂ ਇਨਕਾਰੀ ਕੀਤਾ ਤੇ ਜਿਹੜਾ ਉਹਨਾਂ ਦੇ ਉੱਤੇ ਮਿਸਰਿਪਰੈਜ਼ੈਂਟੇਸ਼ਨ ਦਾ 5 ਸਾਲ ਦਾ ਬੈਨ ਲੱਗਿਆ ਸੀ ਉਹਨੂੰ ਲਾਗੂ ਰੱਖਿਆ। ਸੋ ਇੱਥੇ ਜਿਹੜੀ ਸਾਡੇ ਸਾਰਿਆਂ ਵਾਸਤੇ ਇਨਫੋਰਮੇਸ਼ਨ ਆ, ਜਿਹੜੀ ਇਹ ਕੇਸ ਆ, ਇੰਨਾ ਇੰਪੋਰਟੈਂਟ ਕੇਸ ਆ, ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਰੈਫਰਲ ਕੇਸ ਬਣੇਗਾ ਕਿ ਜਦੋਂ ਵੀ ਤੁਸੀਂ ਆਪਣੀ ਫਾਈਲਿੰਗ ਕਰ ਰਹੇ ਹੋ ਤੇ ਅਗਰ ਉਸ ਦੇ ਵਿੱਚ ਤੁਸੀਂ ਮਾਈਨਰ ਟੂ ਮਾਈਨਰ ਮਿਸਟੇਕ ਕਰ ਰਹੇ ਹੈਗੇ ਹੋ ਤਾਂ ਆਮ ਤੌਰ ਦੇ ਉੱਤੇ ਇਹ ਗੱਲ ਕਹਿ ਦੇਣੀ ਕਿ ਇਹ ਗਲਤੀ ਮੇਰੇ ਤੋਂ ਗਲਤੀ ਨਾਲ ਹੋ ਗਈ ਆ, ਇਹ ਕੋਰਟ ਹੁਣ ਐਕਸੈਪਟ ਨਹੀਂ ਕਰੇਗਾ ਤੇ 5 ਸਾਲ ਦਾ ਜਿਹੜਾ ਬੈਨ ਹੈਗਾ ਆ ਉਹ ਤੁਹਾਨੂੰ ਭੁਗਤਣਾ ਪੈ ਸਕਦਾ। ਸੋ ਝੂਠੇ ਡਾਕੂਮੈਂਟਸ ਜਾਂ ਗਲਤ ਇਨਫੋਰਮੇਸ਼ਨ ਤੋਂ ਗੁਰੇਜ਼ ਕਰਨਾ ਚਾਹੀਦਾ ਆ। ਤੀਸਰੀ ਜਿਹੜੀ ਆ ਬਹੁਤ ਹੀ ਚੰਗੀ ਖਬਰ ਆ, ਜਿਵੇਂ ਸਾਨੂੰ ਪਤਾ ਹੈ ਕਿ ਕੈਨੇਡਾ ਦੀ ਜਿਹੜੀ ਵੱਡੀ ਕਮਿਟਮੈਂਟ ਆ ਉਹ ਫੈਮਿਲੀ ਰੀਯੂਨੀਫਿਕੇਸ਼ਨ ਦੇ ਉੱਤੇ ਆ। ਸੋ ਕੈਨੇਡਾ ਦੇ ਵਿੱਚ ਸਪਾਊਸਸ ਜਿਹੜੇ ਪਰਮਨੈਂਟ ਰੈਜ਼ੀਡੈਂਟਸ ਜਾਂ ਸਿਟੀਜ਼ਨਸ ਜਿਹੜੇ ਬਾਹਰ ਮੈਰਿਜਸ ਕਰਦੇ ਨੇ ਜਾਂ ਬਾਹਰ ਜਿਨ੍ਹਾਂ ਦੇ ਸਪਾਊਸਸ ਹੁੰਦੇ ਨੇ, ਉਹਨਾਂ ਨੂੰ ਕੈਨੇਡਾ ਦੇ ਵਿੱਚ ਪਰਮਨੈਂਟ ਰੈਜ਼ੀਡੈਂਸੀ ਦਾ ਇੱਕ ਪ੍ਰੋਸੈਸ ਆ। ਲੰਬੇ ਸਮੇਂ ਤੋਂ ਇਸ ਪੈਂਡੇਮਿਕ ਕਰਕੇ ਉਸ ਪ੍ਰੋਸੈਸ ਦੇ ਵਿੱਚ ਇੱਕ ਡਿਲੇ ਹੋ ਰਿਹਾ ਸੀਗਾ, ਪਰ ਪਿਛਲੇ ਅਕਤੂਬਰ ਦੇ ਵਿੱਚ, ਪਿਛਲੇ ਕੁਝ ਸਮੇਂ ਦੇ ਵਿੱਚ ਅਕਤੂਬਰ ਤੋਂ ਲੈ ਕੇ ਦਸੰਬਰ 2020 ਤੱਕ 6000 ਬੰਦਾ ਪਰ ਮੰਥ ਉਹਨਾਂ ਨੂੰ ਪਰਮਨੈਂਟ ਰੈਜ਼ੀਡੈਂਸੀ ਮਿਲੀਆਂ ਨੇ। ਇਸ ਦੇ ਵਿੱਚ ਇੱਕ ਗੱਲ ਦੱਸਣੀ ਜਾਇਜ਼ ਆ ਕਿ 15999 ਫਾਈਲਸ ਹੁਣ ਤੱਕ ਫਾਈਨਲਾਈਜ਼ ਹੋ ਚੁੱਕੀਆਂ ਨੇ, ਜਿਨ੍ਹਾਂ ਵਿੱਚੋਂ ਦੀ 14816 ਬੰਦਿਆਂ ਨੂੰ ਉਹਨਾਂ ਦੀ ਐਪਲੀਕੇਸ਼ਨਸ ਅਪਰੂਵਲ ਮਿਲ ਚੁੱਕੀਆਂ ਨੇ। 837 ਬੰਦੇ ਰਿਫਿਊਜ਼ ਕਰ ਦਿੱਤੇ ਗਏ ਸਨ ਅਤੇ 346 ਬੰਦਿਆਂ ਨੇ ਆਪਣਾ ਕੇਸ ਵਿਡਰਾ ਕੀਤਾ ਆ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹ 2/3 ਜਿੰਨੇ ਨੰਬਰਸ ਨੇ, ਇਹਨਾਂ ਵਿੱਚ 2/3 ਐਪਲੀਕੈਂਟਸ ਵਰ ਫਰਮ ਆਊਟਸਾਈਡ ਕੈਨੇਡਾ। ਸੋ ਉਹਨਾਂ ਦੀ ਫਾਈਲਿੰਗ ਜਿਹੜੀ ਸੀ ਉਹ ਆਊਟਸਾਈਡ ਕੈਨੇਡਾ ਤੋਂ ਸੀਗੀ, ਬਾਕੀਆਂ ਦੀ ਵਿਦਨ ਕੈਨੇਡਾ ਸੀ। ਸੋ ਇਸ ਦੇ ਵਿੱਚ ਕੈਨੇਡਾ ਨੇ ਬਹੁਤ ਸਟਰੋਂਗਲੀ ਪਿਛਲੇ ਅਕਤੂਬਰ ਦੇ ਆਸ-ਪਾਸ ਅਨਾਉਂਸਮੈਂਟ ਵੀ ਕੀਤੀ ਸੀ ਕਿ ਅਸੀਂ ਸਪਾਊਸਲ ਪਰਮਨੈਂਟ ਰੈਜ਼ੀਡੈਂਸੀ ਦੇ ਕੇਸਿਸ ਦੇ ਵਿੱਚ ਸਪੀਡ ਵਧਾਵਾਂਗੇ ਅਤੇ ਛੇਤੀ ਤੋਂ ਛੇਤੀ ਉਹਨਾਂ ਦੀ ਪਰਮਨੈਂਟ ਰੈਜ਼ੀਡੈਂਸੀ ਦਾ ਹੱਲ ਕੱਢਿਆ ਜਾਵੇਗਾ। ਬਹੁਤ ਅੱਛਾ ਜੀ ਸੰਦੀਪ ਜੀ, ਸਾਡੇ ਕੋਲ ਜਿਹੜਾ ਅਗਲਾ ਸਵਾਲ ਇਸੇ ਉੱਤੇ ਹੀ ਆਇਆ ਸੀ ਸਰੀ ਤੋਂ। ਮੈਂ ਨਾਮ ਜਾਣ ਕੇ ਉਹ ਜਿਨ੍ਹਾਂ ਨੇ ਸਵਾਲ ਭੇਜਿਆ ਮੈਂ ਸਕਰੀਨ ਤੇ ਸ਼ੇਅਰ ਨਹੀਂ ਕਰ ਸਕਦਾ, ਪਰ ਉਹਨਾਂ ਦਾ ਸਵਾਲ ਇਹ ਹੈ ਕਿ ਉਹਨਾਂ ਦੀ ਜਿਹੜੀ ਫੈਮਿਲੀ ਦਾ ਸਪਾਊਸਲ ਕੈਟੇਗਰੀ ਦਾ ਕੇਸ ਹੈ ਉਹ ਕਾਫੀ ਚਿਰ ਤੋਂ ਲਮਕ ਰਿਹਾ ਸੀ, ਤਕਰੀਬਨ 7 ਸਾਲ ਹੋ ਗਏ ਉਹ ਇੱਥੇ ਕੈਨੇਡਾ ਦੇ ਵਿੱਚ ਆ ਕੇ ਕੰਮ ਕਰ ਰਹੇ ਸਨ, ਅਲੱਗ-ਅਲੱਗ ਸਟੇਟਸ ਦੇ ਉੱਤੇ ਕੰਮ ਕਰ ਰਹੇ ਸਨ
ਤੇ ਹੁਣ ਜਾ ਕੇ ਕਿਧਰੇ ਪਿਛਲੇ 1 ਸਾਲ ਦੇ ਵਿੱਚ ਉਹਨਾਂ ਦਾ ਵਰਕ ਪਰਮਿਟ ਤੇ ਫਿਰ ਐਕਸਪੀਰੀਅੰਸ ਕਲਾਸ ਦੇ ਅੰਡਰ PNP ਪ੍ਰੋਗਰਾਮ ਦੇ ਅੰਡਰ ਉਹਨਾਂ ਦਾ ਕੇਸ ਹੋਇਆ ਹੈ ਤੇ ਉਹਨਾਂ ਨੇ ਆਪਣੀ ਫੈਮਿਲੀ ਲਈ ਜਿਹੜਾ ਸਪਾਊਸਲ ਪ੍ਰੋਗਰਾਮ ਅੰਡਰ ਉਹ ਅਪਲਾਈ ਕੀਤਾ ਤੇ ਵਿੱਚ ਪੈਂਡੇਮਿਕ ਆਉਣ ਕਰਕੇ ਹਰ ਇੱਕ ਚੀਜ਼ ਡਿਲੇ ਹੋਈ ਉਹਨਾਂ ਦੇ ਫਿੰਗਰਪ੍ਰਿੰਟਸ ਉਹਨਾਂ ਦਾ ਜਿਹੜਾ ਹੈਲਥ ਦਾ ਮੈਡੀਕਲ ਚੈੱਕਅਪ ਵਗੈਰਾ ਪਰ ਅਜੇ ਤੱਕ ਉਹਨਾਂ ਦਾ ਜਿਹੜਾ ਵੀਜ਼ਾ ਦਾ ਇਨਵੀਟੇਸ਼ਨ ਹੈ ਉਹ ਨਹੀਂ ਆਇਆ ਉਹ ਤਕਰੀਬਨ ਪਿਛਲੇ 1 ਸਾਲ ਤੋਂ ਵੇਟ ਕਰ ਰਹੇ ਨੇ ਤੇ ਉਹ ਪੁੱਛ ਰਹੇ ਸਨ ਵੀ ਇਹਨਾਂ ਕੇਸਾਂ ਨੂੰ ਜਿਹੜੇ ਸਪਾਊਸਲ ਰੀਯੂਨੀਫਿਕੇਸ਼ਨ ਕੇਸ ਹੈ ਨੂੰ ਕਿੰਨਾ ਸਮਾਂ ਲੱਗ ਸਕਦਾ ਹੈ ਸੋ ਬਹੁਤ ਅੱਛਾ ਸਵਾਲ ਹੈ ਔਰ ਇਸ ਸਵਾਲ ਦੇ ਵਿੱਚ ਕਈ ਸਵਾਲ ਮੈਂ ਟਰਾਈ ਕਰੂੰਗਾ ਕਿ ਉਹਨਾਂ ਸਾਰੇ ਸਿਨੈਰੀਓਜ਼ ਨੂੰ ਡਿਫਾਈਨ ਕਰਨ ਦੀ ਸੋ ਮੈਂ ਇੱਕ ਸਟੋਰੀ ਮੰਨ ਕੇ ਚੱਲ ਰਿਹਾ ਕਿ ਇੱਕ ਬੰਦਾ ਆ ਐਜ਼ ਅ ਸਟੂਡੈਂਟ ਕੈਨੇਡਾ ਆਇਆ ਮੈਰਿਡ ਸੀਗਾ ਸਪਾਊਸਲ ਓਪਨ ਵਰਕ ਪਰਮਿਟ ਉਹਨੂੰ ਉਹ ਦਿਵਾਉਣਾ ਚਾਹੁੰਦਾ ਸੀ spousal open work permit is never guaranteed and it's not permanent residency ਉਹ permanent residency ਨਹੀਂ ਹੁੰਦੀ ਹੈਗੀ ਸੋ spousal open work permit ਲਈ ਅਗਰ ਤੁਸੀਂ ਸਟੂਡੈਂਟ ਹੋ ਤੁਸੀਂ ਫੁੱਲ ਟਾਈਮ ਸਟੂਡੈਂਟ ਹੋਣੇ ਚਾਹੀਦੇ ਹੋ ਐਂਡ ਉਸ ਤੋਂ ਬਾਅਦ ਤੁਸੀਂ ਆਪਣੇ ਸਪਾਊਸ ਨੂੰ spousal open work permit ਤੇ ਸੱਦ ਸਕਦੇ ਹੋ ਜਿਹਦੇ ਨਾਲ ਸਪਾਊਸ ਫੁੱਲ ਟਾਈਮ ਕੰਮ ਕਰ ਸਕਦਾ ਹੁੰਦਾ ਹੈ ਫਿਰ ਤੁਸੀਂ ਸਟੂਡੈਂਟ ਤੋਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਚਲੇ ਜਾਂਦੇ ਹੋ ਮੰਨ ਲਓ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਚਲੇ ਗਏ ਹੋ ਤਾਂ ਤੁਸੀਂ ਆਪਣੇ ਸਪਾਊਸ ਨੂੰ ਉਸ ਮੌਕੇ ਦੇ ਉੱਤੇ ਸਪਾਊਸਲ ਓਪਨ ਵਰਕ ਪਰਮਿਟ ਤੇ ਸੱਦਣਾ ਚਾਹ ਰਹੇ ਹੋ ਤਾਂ ਉਸ ਸਿਨੈਰੀਓ ਦੇ ਵਿੱਚ ਤੁਸੀਂ ਨੌਕ B ਦੇ ਵਿੱਚ ਫੁੱਲ ਟਾਈਮ ਕੰਮ ਕਰਦੇ ਹੋਣੇ ਚਾਹੀਦੇ ਹੋ ਤੁਹਾਡੇ ਕੋਲੇ ਘੱਟੋ ਘੱਟ 3 ਪੇ ਸਟਬਸ ਹੋਣੀਆਂ ਚਾਹੀਦੀਆਂ ਨੇ ਫਿਰ ਤੁਸੀਂ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਸੱਦ ਸਕਦੇ ਹੋ ਫਿਰ ਤੀਸਰਾ ਸਿਨੈਰੀਓ ਆ ਜਾਂਦਾ ਹੈ ਕਿ ਮੈਂ PNP ਮਿਲ ਗਈ ਹੈਗੀ ਆ PNP ਤੋਂ ਬਾਅਦ ਚੋਂ ਸੇਮ ਸਿਸਟਮ ਆ ਕਿ ਤੁਹਾਨੂੰ PNP ਮਿਲ ਗਈ ਹੈ PNP ਤੋਂ ਬਾਅਦ ਚੋਂ ਸਪਾਊਸਲ ਓਪਨ ਵਰਕ ਪਰਮਿਟ ਦੇ ਉੱਤੇ ਫਾਈਲ ਲਗਾਉਣਾ ਚਾਹ ਰਹੇ ਹੋ ਜਿਹੜੀ ਐਕਚੁਅਲ ਦੇ ਵਿੱਚ ਇਸ ਟਾਈਮ ਆਪਾਂ ਗੱਲ ਕਰ ਰਹੇ ਹੈਗੇ ਉਹ ਹੈਗੇ ਸਪਾਊਸਲ ਪਰਮਨੈਂਟ ਰੈਜ਼ੀਡੈਂਸੀ ਉਹ ਉਹਨਾਂ ਲੋਕਾਂ ਲਈ ਆ ਜਿਨ੍ਹਾਂ ਕੋਲੇ ਆਲਰੇਡੀ PR ਆ ਚੁੱਕੀ ਆ ਸੋ ਹੁਣ ਮੰਨ ਲਓ ਕਿ ਮੇਰੇ ਕੋਲੇ ਅੱਜ PR ਆਈ ਹੈਗੀ ਆ ਮੈਂ ਹੁਣ ਕੱਲ ਨੂੰ ਵਿਆਹ ਕਰਾ ਰਿਹਾ ਆ ਮੈਂ ਆਪਣੇ ਸਪਾਊਸ ਨੂੰ ਕੈਨੇਡਾ ਸੱਦਣਾ ਚਾਹ ਰਿਹਾ ਸੋ ਇਨ ਦਿਸ ਕੇਸ ਕਿ ਨਾ ਅਗਰ ਤੁਸੀਂ ਆਪ ਕੈਨੇਡੀਅਨ ਪਰਮਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਹੋ ਤੇ ਆਪਣੇ ਸਪਾਊਸ ਨੂੰ ਸੱਦਣਾ ਚਾਹ ਰਹੇ ਹੈਗੇ ਹੋ ਤਾਂ ਜਿਹੜੀ ਅਕਤੂਬਰ ਦੇ ਵਿੱਚ ਆਈ ਸਪੋਜ਼ ਅਕਤੂਬਰ ਚ ਅਨਾਉਂਸਮੈਂਟ ਹੋਈ ਸੀ ਉਸ ਦੇ ਵਿੱਚ ਜਿਹੜਾ ਪੀਰੀਅਡ ਅਨਅਫੀਸ਼ੀਅਲੀ ਅਨਾਉਂਸ ਕੀਤਾ ਗਿਆ ਉਹ ਤਕਰੀਬਨ 18 ਮਹੀਨਿਆਂ ਦਾ ਹੈਗਾ ਆ ਕਿ 18 ਮਹੀਨਿਆਂ ਦੇ ਵਿੱਚ ਸਪਾਊਸਲ ਨੂੰ ਪਰਮਨੈਂਟ ਰੈਜ਼ੀਡੈਂਸੀ ਮਿਲ ਜੂਗੀ ਇੱਥੇ ਇਹ ਗੱਲ ਦੱਸਣੀ ਵੀ ਜ਼ਰੂਰੀ ਆ ਕਿ ਐਕਸਟੈਂਡਡ ਫੈਮਿਲੀ ਮੈਂਬਰਸ ਦਾ ਜਿਹੜਾ ਪ੍ਰੋਗਰਾਮ ਆ ਉਸ ਦੇ ਵਿੱਚ ਇਹ ਹੁੰਦਾ ਹੈ ਕਿ ਅਗਰ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟਸ ਹੋ ਅਤੇ ਤੁਸੀਂ ਆਪਣੇ ਸਪਾਊਸ ਦਾ ਕੇਸ ਆਲਰੇਡੀ ਲਗਾਇਆ ਹੋਇਆ ਸਪਾਊਸਲ ਪਰਮਨੈਂਟ ਰੈਜ਼ੀਡੈਂਸੀ ਲਗਾਈ ਹੋਈ ਆ ਤਾਂ ਤੁਸੀਂ ਉਹਨਾਂ ਨੂੰ ਵਿਜ਼ਿਟਰ ਵੀਜ਼ਾ ਦੇ ਤੌਰ ਦੇ ਉੱਤੇ ਆਪਣੇ ਕੋਲੇ ਸੱਦ ਸਕਦੇ ਹੈਗੇ ਜਦ ਤੱਕ ਉਹ ਪ੍ਰੋਸੈਸ ਚੱਲਦਾ ਪਿਆ ਹੈ ਆਲਦੋ ਕਿ ਵਿਜ਼ਿਟਰ ਵੀਜ਼ਾ ਮਿਲਣਾ ਕਿ ਨਹੀਂ ਮਿਲਣਾ ਇਹ ਆਫਿਸਰ ਦਾ ਫਾਈਨਲ ਡਿਸੀਜਨ ਆ ਬਟ ਲੰਬੇ ਤਜਰਬੇ ਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਅਗਰ ਐਪਲੀਕੇਸ਼ਨ ਕਲੀਨ ਆ ਅਗਰ ਕੋਈ ਡਿਸਪਿਊਟਸ ਉਸ ਐਪਲੀਕੇਸ਼ਨ 'ਚ ਨਹੀਂ ਹੈਗੇ ਐਂਡ ਅਗਰ ਉਹ ਮੈਰਿਜ ਆਫ ਕਨਵੀਨੀਅੰਸ ਨਹੀਂ ਲੱਗ ਰਹੀ ਹੈਗੀ ਅਗਰ ਉਹ ਮੈਰਿਜ ਸਹੀ ਸਲਾਮਤ ਆ ਤਾਂ ਉਸ ਦੇ ਵਿੱਚ ਰਿਫਿਊਜ਼ਲ ਦੇ ਵਿਜ਼ਿਟਰ ਦੇ ਰਿਫਿਊਜ਼ਲ ਦੇ ਚਾਂਸਸ ਘੱਟ ਹੁੰਦੇ ਆ ਪਰ ਅੱਜ ਕੱਲ ਕੋਵਿਡ ਦੇ ਕਰਕੇ ਜਿਹੜੇ ਵਿਜ਼ਿਟਰ ਵੀਜ਼ਾਸ ਨੇ ਜਾਂ ਤੁਸੀਂ ਐਕਸਟੈਂਡਡ ਫੈਮਿਲੀ ਦੇ ਅੰਡਰ ਵੀ ਜੇ ਅਪਲਾਈ ਕਰਦੇ ਹੋ ਤੇ ਉਹਨਾਂ ਦਾ ਕੀ ਸਕਸੈਸ ਰੇਟ ਸੋ ਵੈਰੀ ਗੁੱਡ ਕੁਐਸਚਨ ਹੈ ਅਕਤੂਬਰ ਦੇ ਵਿੱਚ ਕੋਵਿਡ ਨੂੰ ਮੱਦ ਨਜ਼ਰ ਰੱਖਦੇ ਹੋਏ ਐਕਸਟੈਂਡਡ ਫੈਮਿਲੀ ਮੈਂਬਰਸ ਦੀ ਅਨਾਉਂਸਮੈਂਟ ਆਈ ਸੀ ਅਕਤੂਬਰ ਤੋਂ ਵਿੱਚ ਜਿਹੜੇ ਅਸੀਂ ਜਿਹੜਾ ਸਾਡਾ ਐਕਸਪੀਰੀਅੰਸ ਅਸੀਂ ਜਿਵੇਂ ਹੀ ਅਨਾਉਂਸਮੈਂਟ ਆਈ ਸੀ ਉਸ ਤੋਂ 4-5 ਦਿਨਾਂ ਦੇ ਵਿੱਚ ਕੁਝ ਫਾਈਲਸ ਲਾਈਆਂ ਸੀ ਅਕਤੂਬਰ ਦੀਆਂ ਲੱਗੀਆਂ ਹੋਈਆਂ ਫਾਈਲਸ ਅੱਜ ਜਨਵਰੀ 25 ਹੋ ਚੁੱਕੀ ਆ ਅਜੇ ਤੱਕ ਉਹਨਾਂ ਫਾਈਲਸ ਉੱਤੇ ਕੋਈ ਵੀ ਡਿਸੀਜਨ ਆਣੇ ਸ਼ੁਰੂ ਨਹੀਂ ਹੋਏ ਹੈਗੇ ਹਾਂ ਬਾਇਓਮੈਟ੍ਰਿਕ ਰਿਕੁਐਸਟ ਆਈਆਂ ਨੇ ਇੰਡੀਆ ਦੇ ਵਿੱਚ ਬਾਇਓਮੈਟ੍ਰਿਕਸ ਨਹੀਂ ਹੋ ਰਹੇ ਸੋ ਕੁਝ ਬੰਦਿਆਂ ਨੇ ਇਹ ਕੀਤਾ ਹੈ ਕਿ ਉਹ ਦੁਬਈ ਜਾ ਕੇ ਬਾਇਓਮੈਟ੍ਰਿਕਸ ਕਰਾ ਰਹੇ ਨੇ ਸੋ ਦੈਟ ਉਹਦੇ ਨਾਲ ਜਿਹੜਾ ਬਾਇਓਮੈਟ੍ਰਿਕਸ ਦੇ ਉੱਤੇ ਆ ਕੇ ਫੁੱਲ ਸਟਾਪ ਜਿਹਾ ਲੱਗ ਜਾਂਦਾ ਸੀਗਾ ਉਹ ਰੁਕਣਾ ਬੰਦ ਹੋ ਗਿਆ ਸੋ ਉਹ ਬਾਇਓਮੈਟ੍ਰਿਕਸ ਹੁਣੇ ਲੋਕਾਂ ਨੇ ਕਰਵਾਇਆ ਲੈਟਸ ਸੀ ਕਿ ਉਹਨਾਂ ਦੇ ਰਿਜ਼ਲਟਸ ਕਿੰਨੇ ਚਿਰ ਦੇ ਵਿੱਚ ਆਣੇ ਸ਼ੁਰੂ ਹੁੰਦੇ ਆ ਬਿਲਕੁਲ ਜੀ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਸੰਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਪਰ ਇੱਥੇ ਇੱਕ ਖੁਸ਼ਖਬਰੀ ਹੈ ਕਿ ਕੈਨੇਡੀਅਨ ਸਰਕਾਰ ਨੇ ਆਪਣੀਆਂ ਪਾਵਰਸ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਹੈਗੀਆਂ ਨੇ ਉਹ ਮਿਊਨਿਸਪਲ ਲੈਵਲ ਤੱਕ ਦਿੱਤੀਆਂ ਗਈਆਂ ਨੇ ਮਿਊਨਿਸਪਲ ਨੋਮਿਨੀ ਪ੍ਰੋਗਰਾਮ ਜੋ ਸਟਾਰਟ ਕੀਤਾ ਜਾ ਰਿਹਾ ਇਹਦੇ ਵਿੱਚ ਵੱਧ ਤੋਂ ਵੱਧ PNPs ਦਾ ਅੱਗੇ ਪ੍ਰੋਵਿੰਸ਼ੀਅਲ ਲੈਵਲ ਤੇ ਚੱਲ ਰਿਹਾ ਸੀ ਹੁਣ ਮਿਊਨਿਸਪਲ ਲੈਵਲ ਤੇ ਵੀ ਇਹ ਬੜੀ ਖੁਸ਼ਖਬਰੀ ਵਾਲੀ ਖਬਰ ਹੈ ਤੇ ਜਿਹੜਾ ਕੈਨੇਡੀਅਨ ਸਰਕਾਰ ਨੇ 1.2 ਮਿਲੀਅਨ ਦਾ ਟੀਚਾ ਸਨ 2023 ਤੱਕ ਪੂਰਾ ਕਰਨਾ ਤੇ ਇਹ ਇੱਕ ਗੋਲਡਨ ਚਾਂਸ ਹੈ ਜਿਹੜੇ ਵੀ ਪ੍ਰੋਸਪੈਕਟਿਵ
ਇਮੀਗ੍ਰੈਂਟਸ ਨੇ ਜਿਹੜੇ ਕੈਨੇਡਾ ਨੂੰ ਆ ਕੇ ਆਪਣਾ ਇੱਕ ਉਹਨਾਂ ਦੀ ਸੁਪਨਿਆਂ ਦੀ ਧਰਤੀ ਹੈ ਇੱਥੇ ਆ ਕੇ ਸੈਟਲ ਹੋਣਾ ਚਾਹੁੰਦੇ ਨੇ, ਉਹ ਜ਼ਰੂਰ ਸਾਨੂੰ ਸੰਪਰਕ ਕਰ ਸਕਦੇ ਨੇ, ਸੰਦੀਪ ਜੀ ਨੂੰ ਸੰਪਰਕ ਕਰ ਸਕਦੇ ਨੇ, ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਨੂੰ ਸੰਪਰਕ ਕਰ ਸਕਦੇ ਨੇ। ਸਕਰੀਨ ਦੇ ਉੱਤੇ ਸਾਰੀਆਂ ਡਿਟੇਲਸ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ। ਕੋਈ ਵੀ ਆਪ ਜੀ ਦੇ ਇਮੀਗ੍ਰੇਸ਼ਨ ਸੰਬੰਧੀ ਸਵਾਲ ਹੋਣ ਉਹ ਆਪ ਜੀ ਸਾਨੂੰ ਈਮੇਲ ਕਰ ਸਕਦੇ ਹੋ info@cktimetv.com। ਮੇਰਾ ਪਰਸਨਲ ਨੰਬਰ ਵੀ ਚੱਲ ਰਿਹਾ, ਤੁਸੀਂ ਉਸ ਉੱਤੇ ਟੈਕਸਟ ਵੀ SMS ਵੀ ਕਰਕੇ ਆਪਣਾ ਸਵਾਲ ਜੋ ਹੈ ਉਹ ਪੁੱਛ ਸਕਦੇ ਹੋ। ਤੇ ਕਿਸੇ ਵੀ ਤਰ੍ਹਾਂ ਦੀ ਆਪ ਜੀ ਨੂੰ ਹੈਲਪ ਚਾਹੀਦੀ ਹੈ ਇਮੀਗ੍ਰੇਸ਼ਨ ਦੇ ਵਿੱਚ, ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ICCRC ਸਰਟੀਫਾਈਡ ਅਤੇ ਤਕਰੀਬਨ 30 ਸਾਲਾਂ ਤੋਂ ਜੋ ਹੈ ਇਮੀਗ੍ਰੇਸ਼ਨ ਫੀਲਡ ਦੇ ਵਿੱਚ ਜੋ ਹੈ ਸੇਵਾਵਾਂ ਕਰ ਰਹੇ ਨੇ ਤੇ ਇਹਨਾਂ ਦੀਆਂ ਸੇਵਾਵਾਂ ਦਾ ਆਪ ਜੀ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ। ਇਸੇ ਦੇ ਨਾਲ ਹੀ ਮੈਨੂੰ ਸਰਦਾਰ ਸੰਦੀਪ ਸਿੰਘ ਜੀ ਨੂੰ ਦੋਹਾਂ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਚੜ੍ਹਦੀ ਕਲਾ ਟਾਈਮ TV। ਸਤਿ ਸ੍ਰੀ ਅਕਾਲ।